Subscribe to our YouTube channel. Press the bell icon to get the latest updates. ਜਿਹੜੇ ਅਹਿਮ ਭਗਦੇ ਮਸਲੇ ਨੇ, ਜਿਹੜੀਆਂ ਮੁਸ਼ਕਲਾਂ ਨੇ, ਲੋੜਾਂ ਨੇ ਪੰਜਾਬ ਦੇ ਲੋਕਾਂ ਦੀਆਂ, ਉਹਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਪੱਧਰ ਦੀ ਜਿਹੜੀ ਲੀਡਰਸ਼ਿਪ ਆ, ਉਹ 9 ਮਈ ਨੂੰ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਡਿਪਟੀ ਕਮਿਸ਼ਨਰ ਨੂੰ ਯਾਦ ਪੱਤਰ ਦੇਗੀ, ਜਿਹਦੇ ਵਿੱਚ ਖਾਸ ਤੌਰ 'ਤੇ ਜਿਹੜੇ ਮਸਲੇ ਨੇ, ਇੱਕ ਤਾਂ ਕਣਕ 'ਤੇ ਘੱਟ ਝਾੜ ਜਿਹੜਾ ਨਿਕਲਿਆ ਉਹ 'ਤੇ ਮੁਆਵਜ਼ਾ ਦੇਣ ਦਾ, ਦੂਜਾ ਬਿਜਲੀ ਦੇ ਕੱਟ ਲੱਗ ਰਹੇ ਨੇ, ਹਾਹਾਕਾਰ ਮਚੀ ਹੋਈ ਆ, ਚਾਰਾ ਸੁੱਕ ਰਿਹਾ, ਬਿਜਲੀ ਦੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ, ਤੀਜਾ ਅਮਨ ਕਾਨੂੰਨ ਦੀ ਜਿਹੜੀ ਸਿਚੁਏਸ਼ਨ ਆ ਪੰਜਾਬ ਦੀ, ਬਹੁਤ मैं समझदा कलैप्स हो गया सारा सिस्टम लॉ एंड आर्डर का, बड़ा चिंता वाला। चौथा है डीजल पेट्रोल ते रसोई गैस दियां कीमतां विच वाधा होई जा रहा, अज भी हो गया, रोजाना ही होई जा रहा, कीमतां नूं घटाउण दा कोई यतन नहीं हो रहा। पंजवां अहम मुद्दा जिहड़ा MOU होया पंजाब ते केजरीवाल साहब की सरकार दे विचकार, ਉਹਦੇ ਸੰਬੰਧੀ ਭਾਵੇਂ ਗਵਰਨਰ ਪੰਜਾਬ ਨੂੰ ਅਸੀਂ ਦੇ ਕੇ ਵੀ ਆਏ ਮੈਮੋਰੈਂਡਮ, ਪਰ ਜ਼ਿਲ੍ਹਾ ਪੱਧਰ 'ਤੇ ਦੁਬਾਰਾ ਸਾਰੇ ਪੰਜਾਬ ਦੇ ਵਿੱਚ ਇਸ ਮੰਗ ਨੂੰ ਲੈ ਕੇ ਅਸੀਂ ਤੁਰਾਂਗੇ। ਭਾਵੇਂ 2 ਮਹੀਨੇ ਦਾ ਸਮਾਂ ਕਿਸੇ ਸਰਕਾਰ ਦੀ ਕਾਰਗੁਜ਼ਾਰੀ ਦੇ ਨਾਪ ਤੋਲ ਲਈ ਕੋਈ ਬਹੁਤਾ ਨਹੀਂ ਹੁੰਦਾ, ਪਰ ਇੱਕ ਗੱਲ ਮੈਂ ਕਹਿ ਸਕਦਾ ਕਿ ਇਹ ਸਰਕਾਰ ਨੇ 2 ਮਹੀਨਿਆਂ ਵਿੱਚ ਆਪਣੀ ਕਾਰਗੁਜ਼ਾਰੀ 'ਤੇ ਜਿਹੜੇ ਦਮਗਜੇ ਮਾਰੇ ਨੇ, ਜਿਹੜੇ ਛੋਟੇ ਕੰਮ ਨੂੰ ਚਮਕਾਉਣ ਦਾ ਰਾਈ ਦਾ ਪਹਾੜ ਬਣਾ ਕੇ ਪੇਸ਼ ਕਰਨ ਦੀ ਖੇਡ ਖੇਡੀ ਆ, ਉਹਦੀ ਅਸਲੀਅਤ ਲੋਕਾਂ ਸਾਹਮਣੇ ਜਗ ਜ਼ਾਹਰ ਕਰਨ ਲਈ ਅਸੀਂ ਮਜਬੂਰ ਹਾਂ। ਪਹਿਲਾ ਮੁੱਖ ਮੰਤਰੀ ਬਣਦਿਆਂ ਪਹਿਲੀ ਪਬਲਿਕ ਮੀਟਿੰਗ ਦੇ ਵਿੱਚ ਮਾਨਸਾ ਜਾ ਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਇੱਕ ਇਤਿਹਾਸਕ ਦਮਗਜਾ ਮਾਰਿਆ ਕਿ ਕੁਦਰਤੀ ਆਫਤਾਂ ਦੇ ਖਰਾਬੇ ਦੇ ਮੁਆਵਜ਼ੇ ਲਈ ਕਹਿੰਦੇ ਜੀ ਬਿਨਾਂ ਗਿਰਦਾਵਰੀ ਤੋਂ ਅੱਗੇ ਨੂੰ ਮੁਆਵਜ਼ਾ ਦਿੱਤਾ ਜਾਇਆ ਕਰੇਗਾ। ਇਹ ਮੁੱਖ ਮੰਤਰੀ ਸਾਹਿਬ ਦਾ ਇੱਕ ਹਿਸਟੋਰੀਕਲ ਦਮਗਜਾ ਸੀ। ਪਰ ਦੁੱਖ ਇਸ ਗੱਲ ਦਾ ਕਿ ਜਿਹੜੀ ਕਣਕ ਆ ਇਹ ਬਿਜਾਈ ਸਮੇਂ ਬਾਰਿਸ਼ ਹੋ ਗਈ, ਗਿਰਦਾਵਰੀਆਂ ਹੋਈਆਂ ਅਤੇ ਕਣਕ ਵੱਢ ਕੇ ਮੰਡੀਆਂ ਵਿੱਚ ਲਿਆ ਕੇ ਵਿਕ ਵੀ ਚੁੱਕੀ ਆ। ਅਜੇ ਬਾਰਿਸ਼ਾਂ ਨਾ ਹੋਏ, ਖਰਾਬੇ ਦੀਆਂ ਗਿਰਦੌਰੀਆਂ ਹੋਣ ਦੇ ਬਾਵਜੂਦ ਵੀ 5 ਰੁਪਏ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਇਹ ਮੰਗ ਅਸੀਂ ਉਸ ਦਿਨ ਕਰਨੀ ਆ ਕਿ ਘੱਟੋ ਘੱਟ ਤੁਸੀਂ ਕਹਿੰਦੇ ਹੋ ਗਿਰਦੌਰੀਆਂ ਤੋਂ ਬਿਨਾਂ ਹੀ ਮੁਆਵਜ਼ਾ ਦੇ ਦੇਣਾ ਸੀ, ਗਿਰਦੌਰੀਆਂ ਹੋਣ ਤੋਂ ਬਾਅਦ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਔਰ ਦੂਜੀ ਗੱਲ ਇਹ ਆ ਕਿ ਅੱਤ ਦੀ ਗਰਮੀ ਕਰਕੇ ਜਿਹੜਾ ਝਾੜ ਘੱਟ ਨਿਕਲਿਆ ਪੱਕਣ ਵੇਲੇ, 4 ਤੋਂ ਲੈ ਕੇ 8 ਕੁਆਂਟਲ ਪ੍ਰਤੀ ਏਕੜ ਝਾੜ ਘਟਿਆ, 10,000 ਪ੍ਰਤੀ ਏਕੜ ਘਾਟਾ ਪਿਆ ਪੰਜਾਬ ਦੇ ਕਿਸਾਨ ਨੂੰ ਲਗਭਗ। ਪਰ ਦੁੱਖ ਇਸ ਗੱਲ ਦਾ ਕਿ ਅੱਜ ਤੱਕ ਪੰਜਾਬ ਦੇ ਕਿਸੇ ਅਧਿਕਾਰੀ ਨੇ, ਕਿਸੇ ਮੰਤਰੀ ਨੇ ਦਿੱਲੀ ਜਾ ਕੇ ਇਹਨੂੰ ਕੁਦਰਤੀ ਆਫਤ ਨੈਚੁਰਲ ਕਲੈਮਿਟੀ ਡਿਕਲੇਅਰ ਕਰਾਉਣ ਵਾਸਤੇ ਚਾਰਾਜੋਈ ਨਹੀਂ ਕੀਤੀ। ਜੇ ਜੱਜ ਕੋਲ ਵਕੀਲ ਨਹੀਂ ਜਾਏਗਾ ਤਾਂ ਫੈਸਲਾ ਕਿਵੇਂ ਹੋਏਗਾ? ਡਿਜ਼ਾਸਟਰ ਮੈਨੇਜਮੈਂਟ ਫੰਡਸ ਦੇ ਵਿੱਚੋਂ ਪੈਸੇ ਲੈਣ ਲਈ ਪੰਜਾਬ ਸਰਕਾਰ ਨੇ ਕੋਈ ਚਿੱਠੀ ਪੱਤਰ ਤੱਕ ਨਹੀਂ ਲਿਖਿਆ ਕੇਂਦਰ ਸਰਕਾਰ ਨੂੰ। ਸੋ ਅਸੀਂ ਇਹ ਯਾਦ ਪੱਤਰ ਵਿੱਚ ਇਹ ਗੱਲ ਜ਼ੋਰ ਨਾਲ ਕਹਿਣੀ ਆ ਕਿ ਘੱਟੋ ਘੱਟ 500 ਰੁਪਈਆ ਪ੍ਰਤੀ ਕੁਆਂਟਲ ਬੋਨਸ ਦੇ ਰੂਪ ਵਿੱਚ ਕੇਂਦਰ ਤੋਂ ਲੈਣ ਲਈ ਇਹ ਘੱਟ ਝਾੜ ਕਣਕ ਦਾ ਜਿਹੜਾ ਨਿਕਲਿਆ ਇਹਨੂੰ ਕੁਦਰਤੀ ਆਫਤ ਡਿਕਲੇਅਰ ਕਰਵਾ ਕੇ ਚਾਰਾਜੋਈ ਕੀਤੀ ਜਾਵੇ ਅਤੇ ਕੇਂਦਰ ਨੂੰ 500 ਰੁਪਈਆ ਪ੍ਰਤੀ ਕੁਆਂਟਲ ਬੋਨਸ ਦੇ ਰੂਪ ਵਿੱਚ ਦੇਣ ਲਈ ਘੱਟੋ ਘੱਟ ਪੰਜਾਬ ਸਰਕਾਰ 250 ਰੁਪਈਆ ਪ੍ਰਤੀ ਕੁਆਂਟਲ ਬੋਨਸ ਦੇ ਰੂਪ ਦੇ ਵਿੱਚ ਆਪਣੇ ਕੋਲੋਂ ਦੇਵੇ ਵੈਟ ਵਿੱਚੋਂ, ਜਿਹੜਾ ਲਗਭਗ 50 ਦਿਨਾਂ ਵਿੱਚ ਵਾਧੂ ਵੈਟ ਕਮਾਇਆ। ਵਾਧੂ ਕਮਾਏ ਵੈਟ ਦਾ ਜੇ 10ਵਾਂ ਹਿੱਸਾ ਵੀ ਪੰਜਾਬ ਦੇ ਕਿਸਾਨਾਂ ਵਿੱਚ ਬੋਨਸ ਦੇ ਰੂਪ ਵਿੱਚ ਵੰਡ ਦਿੱਤਾ ਜਾਵੇ
ਤਾਂ ਕੇਂਦਰ ਤੋਂ 500 ਰੁਪਈਆ ਪ੍ਰਤੀ ਕੁਆਂਟਲ ਬੋਨਸ ਲੈਣ ਲਈ ਰਾਹ ਸੁਖਾਲਾ ਹੋ ਸਕੇਗਾ। ਇਹ ਮੰਗ ਅਸੀਂ ਯਾਦ ਪੱਤਰ ਜਦੋਂ ਦੇਣਾ ਉਹਦੇ 'ਚ ਅਸੀਂ ਕਰਨੀ ਆ। ਔਰ ਸਾਨੂੰ ਅਫਸੋਸ ਆ ਕਿ ਕਿਸਾਨ ਜਿਹੜਾ ਇਹ ਜਿਹੜਾ ਝਾੜ ਘੱਟ ਨਿਕਲਿਆ ਇਹਦੇ ਕਰਕੇ ਕੋਈ ਆੜਤੀ ਪੈਸਾ ਨਹੀਂ ਦੇ ਰਿਹਾ, ਰਿਸ਼ਤੇਦਾਰ ਕੋਈ ਪੈਸਾ ਦੇਣ ਨੂੰ ਤਿਆਰ ਨਹੀਂ, ਅੱਗੇ ਨੂੰ ਜ਼ਮੀਨਾਂ ਜਿਹੜੀਆਂ ਕੋਈ ਠੇਕੇ 'ਤੇ ਲੈਣ ਨੂੰ ਤਿਆਰ ਨਹੀਂ। ਔਰ ਵੱਡੀ ਗੱਲ ਆ ਕਿ ਸ਼ਾਹੂਕਾਰਾਂ ਦੇ ਪੰਜੇ ਤੋਂ ਛਡਾਉਣ ਲਈ ਇਸ ਸੂਬੇ ਵਿੱਚ ਜਿਹੜੀ ਸਹਿਕਾਰੀ ਲਹਿਰ ਚੱਲੀ ਸੀ, ਉਹ ਸਹਿਕਾਰੀ ਲਹਿਰ ਨੂੰ ਇੱਕ ਕਿਸਮ ਦਾ ਕਲੈਪਸ ਕਰਿਆ ਜਾ ਰਿਹਾ। ਨਬਾਰਡ ਵੱਲੋਂ ਸਹਿਕਾਰੀ ਬੈਂਕਾਂ ਨੂੰ ਪੈਸਾ ਦੇਣਾ ਹੀ ਬੰਦ ਕਰਤਾ ਔਰ ਤਰਕ ਦਿੱਤਾ ਜਾ ਰਿਹਾ, ਕਹਿੰਦੇ ਜੀ ਜਿਹੜੇ ਸਹਿਕਾਰੀ ਬੈਂਕ ਨੇ ਉਹ ਫੇਲ ਹੋ ਗਏ, ਉਹ ਕਰਜ਼ਈ ਹੋ ਗਏ। ਜਦੋਂ ਸੱਚ ਇਹ ਆ, ਜੇ ਸੱਚ ਸੁਣਾਇਆ ਜਾਵੇ ਤਾਂ ਕੋਈ ਜਵਾਬ ਨਹੀਂ ਨਬਾਰਡ ਦੇ ਕੋਲ। 1350 ਕਰੋੜ ਰੁਪਈਆ ਨਬਾਰਡ ਤੋਂ ਲਿਆ ਪੰਜਾਬ ਦੇ ਸਹਿਕਾਰੀ ਬੈਂਕਾਂ ਨੇ, ਜਦੋਂ ਕਿ ਸਹਿਕਾਰੀ ਬੈਂਕਾਂ ਕੋਲ 20,000 ਕਰੋੜ ਦੀਆਂ ਤਾਂ ਜ਼ਮੀਨਾਂ ਗਹਿਣੇ ਰੱਖੀਆਂ ਹੋਈਆਂ ਕਿਸਾਨਾਂ ਦੀਆਂ। 3250 ਕਰੋੜ ਰੁਪਈਆ ਕਿਸਾਨਾਂ ਤੋਂ ਲੈਣਾ ਰਿਕਵਰੀ ਦੇ ਰੂਪ ਦੇ ਵਿੱਚ ਬੈਂਕਾਂ ਨੇ, ਤੇ ਬੈਂਕ ਕਰਜ਼ਈ ਕਿੱਥੋਂ ਹੋ ਗਏ, ਬੈਂਕ ਗਰੀਬ ਕਿੱਥੋਂ ਹੋ ਗਏ। ਪਰ ਉੱਥੇ ਕੋਈ ਦਲੀਲ ਦਿੰਦਾ ਨਹੀਂ, ਉੱਥੇ ਕੋਈ ਤਰਕ ਦਿੰਦਾ ਨਹੀਂ, ਉੱਥੇ ਕੋਈ ਜਾ ਕੇ ਚਾਰਾਜੋਈ ਕੋਈ ਨਹੀਂ ਕਰਦਾ। ਨਬਾਰਡ ਨੇ ਹੱਥ ਚੱਕਤੇ ਤੇ ਬੈਂਕ ਹੁਣ ਜਿੰਦੇ ਲੱਗ ਗਏ, ਅੱਗੇ ਨੂੰ ਹੁਣ ਪੈਸਾ ਨਹੀਂ ਮਿਲ ਰਿਹਾ ਤੇ ਕਿਸਾਨ ਖੁਦਕਸ਼ੀਆਂ ਵੱਲ ਜਾ ਰਿਹਾ। ਔਰ ਅਫਸੋਸ ਇਸ ਗੱਲ ਦਾ ਕਿ ਅੱਜ ਤੱਕ ਪੰਜਾਬ ਦਾ ਇੱਕ ਵਜ਼ੀਰ ਜਾਂ ਰੂਲਿੰਗ ਪਾਰਟੀ ਦਾ ਇੱਕ ਕੋਈ ਲੀਡਰ ਖੁਦਕਸ਼ੀਆਂ ਕਰਨ ਵਾਲੇ ਪਰਿਵਾਰਾਂ ਦੇ ਘਰੇ ਉਹਨਾਂ ਨੂੰ ਧਰਵਾਸ ਦੇਣ ਤੱਕ ਨਹੀਂ ਗਿਆ। ਜਿਹੜੀ ਸਰਕਾਰੀ ਨੀਤੀ ਅਨੁਸਾਰ ਉਹਨਾਂ ਨੂੰ ਮਦਦ ਦਿੱਤੀ ਜਾ ਸਕਦੀ ਆ, ਉਹ ਮਦਦ ਦੇਣ ਦਾ ਭਰੋਸਾ ਦੇਣ ਤੱਕ ਨਹੀਂ ਗਿਆ। ਸੋ ਇਸ ਕਰਕੇ ਅਕਾਲੀ ਦਲ ਮਹਿਸੂਸ ਕਰਦਾ ਕਿ ਅੱਜ ਹਾਲਾਤ ਇਹ ਬਣ ਗਏ, ਜੇ ਕਿਸਾਨ ਨੂੰ ਕਰਜ਼ਾ ਮੁਕਤੀ ਦੀ ਕੋਈ ਵਿਆਪਕ ਠੋਸ ਯੋਜਨਾ ਨਾ ਬਣਾਈ ਤਾਂ ਮੈਂ ਸਮਝਦਾ ਪੰਜਾਬ ਦੇ ਹਾਲਾਤ ਖਰਾਬ ਹੋਣਗੇ। ਅਸੀਂ ਅੱਜ ਅਕਾਲੀ ਦਲ ਵੱਲੋਂ ਵੀ ਮੰਗ ਕਰਦੇ ਹਾਂ ਕਿ ਟ੍ਰਿਪਲ ਸ਼ੇਅਰ ਫਾਰਮੂਲਾ ਲਾਗੂ ਕੀਤਾ ਜਾਵੇ, 3 ਧਿਰੀ ਹਿੱਸੇਦਾਰੀ ਫਾਰਮੂਲਾ ਪੰਜਾਬ ਦੇ ਕਿਸਾਨ ਨੂੰ ਪੈਰਾਂ ਸਿਰ ਖੜਾ ਕਰਨ ਲਈ, ਕਰਜ਼ਾ ਮੁਕਤ ਕਰਨ ਲਈ ਇੱਕ ਜਿਹੜੀਆਂ ਲੋਕ ਅਦਾਲਤਾਂ ਦੀ ਸਥਾਪਤੀ ਕਰਕੇ 3 ਧਿਰੀ ਫਾਰਮੂਲਾ ਅਡੋਪਟ ਕੀਤਾ ਜਾਵੇ। 1 ਸ਼ੇਅਰ ਕਿਸਾਨ ਪਾਉਣ, 1 ਸ਼ੇਅਰ ਸਰਕਾਰ ਪਾਵੇ, 1 ਸ਼ੇਅਰ ਜਿਹੜਾ ਲੋਨ ਕਰਦੀ ਹੈ ਇੰਸਟੀਟਿਊਸ਼ਨ, ਕਰਜ਼ਾ ਦਿੰਦੀ ਆ, ਉਹ ਪਾਵੇ, ਤੇ ਲੋਕ ਅਦਾਲਤਾਂ ਸਥਾਪਿਤ ਕਰਕੇ ਪੱਕੇ ਤੌਰ 'ਤੇ ਕਿਸਾਨ ਨੂੰ ਕਰਜ਼ਾ ਮੁਕਤ ਕਰਨ ਦੀ ਵਿਵਸਥਾ ਤਿਆਰ ਕਰੇ। ਤਾਂ ਪੰਜਾਬ ਦੇ ਕਿਸਾਨੀ ਜਿਹੜੀ ਹੈ ਉਹਦੇ 'ਚ ਜਿਹੜਾ ਇਹ ਅਸੰਤੋਸ਼ ਪੈਦਾ ਹੋਇਆ ਉਹਨੂੰ ਰੋਕਿਆ ਜਾ ਸਕੇਗਾ, ਤਾਂ ਖੁਦਕਸ਼ੀਆਂ ਦੇ ਰਾਹ ਤੋਂ ਰੋਕਿਆ ਜਾ ਸਕੇਗਾ। ਪਰ ਅਫਸੋਸ ਆ ਕਿ ਸਰਕਾਰ ਇਸ ਪਾਸੇ ਵੱਲ ਨਾ ਗੰਭੀਰ ਆ, ਨਾ ਸਰਕਾਰ ਕੋਈ ਨੀਤੀ ਲੱਗਦੀ ਆ, ਨਾ ਸਰਕਾਰ ਨੇ ਕੋਈ ਪਲੈਨਿੰਗ ਬਣਾਈ ਆ। ਹੋਰ ਕੰਮਾਂ ਲਈ ਤਾਂ ਦੇਖੋ ਜਾਇਆ ਜਾਂਦਾ, ਕਦੇ ਗੁਜਰਾਤ ਦੇ ਟੂਰ 'ਤੇ, ਕਦੇ ਹਿਮਾਚਲ ਦੇ ਟੂਰ 'ਤੇ। ਗੁਜਰਾਤ ਦੇ ਟੂਰ 'ਤੇ ਇੱਕ ਹੁਣ ਇਨਫੋਰਮੇਸ਼ਨ ਆਈ ਆ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ, ਮਤਲਬ 44,85,960 ਕਰੋੜ ਰੁਪਈਆ 960 ਰੁਪਈਆ, ਜਾਣੀ 44,85,960 ਇੰਨੇ ਪੈਸੇ ਖਰਚੇ ਆ ਇਕੱਲੇ ਗੁਜਰਾਤ ਦੇ ਟੂਰ 'ਤੇ, ਜਿਹੜਾ ਉਹਨਾਂ ਦਾ ਪੋਲੀਟੀਕਲ ਪ੍ਰੋਗਰਾਮ ਸੀ। ਮਤਲਬ ਫਜ਼ੂਲ ਖਰਚੀਆਂ ਵੱਲ 7,000 ਕਰੋੜ ਤਾਂ ਇੱਕ ਮਹੀਨੇ 'ਚ ਕਰਜ਼ਾ ਲੈ ਲਿਆ। ਤੇ ਪੰਜਾਬ ਦੀ ਜਿਹੜੀ ਆਰਥਿਕ ਵਿਵਸਥਾ ਬੜੀ ਡਾਵਾਂਡੋਲ ਆ ਤੇ ਬੜੀ ਚਿੰਤਾ ਵਾਲੀ ਆ, ਤੇ ਇਹਨੂੰ ਸੁਧਾਰਨ ਦਾ ਕੋਈ ਯਤਨ ਨਹੀਂ ਹੋ ਰਿਹਾ। ਦੂਜਾ ਦਮਗਜਾ ਮਾਰਿਆ ਸੀ ਬਿਜਲੀ ਦਾ, ਕਹਿੰਦੇ ਸੀ 1 ਮਿੰਟ ਵੀ ਬਿਜਲੀ ਨਹੀਂ ਜਾਇਆ ਕਰੇਗੀ। ਕੇਜਰੀਵਾਲ ਸਾਹਿਬ ਨੇ ਕਿਹਾ ਸੀ, ਕਹਿੰਦੇ ਆਪ ਦੀ ਸਰਕਾਰ 'ਚ 1 ਮਿੰਟ ਬਿਜਲੀ ਨਹੀਂ ਜਾਏਗੀ। 1.5 ਦਹਾਕੇ ਬਾਅਦ ਪੰਜਾਬ ਦੇ ਲੋਕਾਂ ਨੇ ਜੇ ਬਿਜਲੀ ਦੇ ਕੱਟ ਦੇਖੇ ਆ ਤਾਂ 1.5 ਦਹਾਕੇ ਬਾਅਦ ਦੇਖੇ ਆ ਉਹ ਵੀ 10-10 12-12 ਘੰਟੇ ਦੇ। ਔਰ ਅੱਜ ਬਿਜਲੀ ਦੇ ਵਿੱਚ ਜਿਹੜੀ ਹੇਰਾਫੇਰੀ ਕੀਤੀ ਉਹ ਚੀਮਾ ਸਾਹਿਬ ਡਿਟੇਲ ਦੱਸ ਦੇਣਗੇ। ਪਰ ਮੈਂ ਤੁਹਾਨੂੰ ਹੈਰਾਨੀ ਵਾਲੀ ਗੱਲ ਇਹ ਆ ਵੀ ਜਿਸ ਮੁਤਾਬਕ ਹੁਣ ਖੇਡ ਖੇਡੀ ਜਾ ਰਹੀ ਆ, ਅੱਜ ਪੰਜਾਬ ਨੂੰ 3 ਜ਼ੋਨਾਂ 'ਚ ਵੰਡਤਾ ਝੋਨਾ ਲਾਉਣ ਲਈ, ਤੇ ਅੱਗੇ 24 ਜੂਨ ਲੈ ਗਏ ਹੁਸ਼ਿਆਰੀ ਨਾਲ ਝੋਨਾ ਲਾਉਣ ਦੀ ਤਰੀਕ। ਪਹਿਲੀ ਗੱਲ ਤਾਂ ਇਹਨਾਂ ਨੂੰ ਸ਼ਾਇਦ ਕੋਈ ਦੱਸਣਾ ਨਹੀਂ ਜਾਂ ਫਿਰ ਚਲਾਕੀ ਕਰਦੇ ਨੇ, ਔਰ ਇਹ ਚਲਾਕੀ ਚੱਲਣੀ ਨਹੀਂ ਪੰਜਾਬ ਦੇ ਕਿਸਾਨਾਂ ਅੱਗੇ, ਕਿਉਂਕਿ 24 ਜੂਨ ਨੂੰ ਲੱਗਿਆ ਝੋਨਾ, ਸਰਦੀ ਪੈਣੀ ਸ਼ੁਰੂ ਹੋ ਜਾਣੀ ਆ, ਪੱਕਣ 'ਚ ਲੇਟ ਹੋ ਜਾਏਗਾ 15 ਦਿਨ।
ਪੱਕਣ ਦੇ ਵਿੱਚ ਜਦੋਂ ਲੇਟ ਹੋ ਜਾਏਗਾ, ਮੋਇਸਚਰ ਹੋਏਗਾ, ਉਹਨੂੰ ਫਿਰ ਭਾਵ ਨਹੀਂ ਮਿਲੂਗਾ ਤੇ ਮੋਇਸਚਰ ਹੋਏਗਾ, ਪੱਕਣ 'ਚ ਦੇਰੀ ਲੱਗੇਗੀ। ਫਿਰ ਅੱਗੇ ਕਣਕ ਬੀਜਣ 'ਚ ਦੇਰੀ ਹੋ ਜਾਣੀ ਆ ਤੇ ਦੇਰ ਨਾਲ ਬੀਜੀ ਕਣਕ ਦਾ ਫਿਰ ਗਰਮੀ ਪੈ ਜਾਣੀ ਆ, ਫਿਰ ਝਾੜ ਘੱਟ ਨਿਕਲੇਗਾ। ਜਾਣੀ ਟ੍ਰਿਪਲ ਮਾਰ ਪੈਣੀ ਆ ਕਿਸਾਨ ਨੂੰ, ਜਿਹੜੀ ਇਹਨਾਂ ਨੇ ਘਰ ਬੈਠਿਆਂ ਨੇ ਬਣਾਤੀ 24 ਜੂਨ ਦੀ। ਜਿਹੜੀ ਆ ਡਿਵੀਜ਼ਨ ਕੀਤੀ ਆ, ਜਿਹੜੇ ਜ਼ੋਨ ਬਣਾ ਕੇ ਤਰੀਕਾਂ ਦਿੱਤੀਆਂ, ਇਹ ਬੜੀਆਂ ਖਤਰਨਾਕ ਨੇ। ਇਹਨਾਂ ਨੂੰ ਮੁੜ ਵਿਚਾਰੇ ਸਰਕਾਰ, ਇਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਹੋਏਗਾ। ਅਸੀਂ ਮੈਮੋਰੈਂਡਮ ਦੇ ਵਿੱਚ ਇਹ ਇੱਕ ਵਾਰਨਿੰਗ ਦੇ ਤੌਰ ਤੇ ਜਾਵਾਂਗੇ ਕਹਿਣ ਡਿਪਟੀ ਕਮਿਸ਼ਨਰ ਨੂੰ ਵੀ ਇਹ ਤਰੀਕਾਂ ਬਦਲੀਆਂ ਜਾਣ। ਜ਼ੋਨ ਬਣਾਉਣੇ ਚੰਗੀ ਗੱਲ ਆ, ਜ਼ੋਨ ਬਣਾਉਣ ਦਾ ਅਸੀਂ ਸਵਾਗਤ ਕਰਦੇ ਹਾਂ, ਪਰ ਜ਼ੋਨਾਂ ਦੀ ਤਰੀਕਾਂ ਬਦਲੀਆਂ ਜਾਣ। 1 ਜੂਨ ਹੋਵੇ, 5 ਜੂਨ ਹੋਵੇ ਤੇ 10 ਜੂਨ ਹੋਵੇ, ਫਿਰ ਤਾਂ ਇਹ ਜ਼ੋਨਾਂ ਦਾ ਕੋਈ ਫਾਇਦਾ। ਤੇ ਜੇ ਜ਼ੋਨ ਬਣਾ ਕੇ ਤਰੀਕਾਂ ਅੱਗੇ ਲਿਜਾਣੀਆਂ ਨੇ ਫਿਰ ਤਾਂ ਬੜੀਆਂ ਖਤਰਨਾਕ ਨੇ। ਸੋ ਇਸ ਗੱਲ ਨੂੰ ਅਸੀਂ ਇਹ ਆਪਣੇ ਜਿਹੜੇ ਮੰਗ ਪੱਤਰ ਦੇਣੇ ਆ, ਇਹਦੇ 'ਚ ਮੰਗ ਇਹ ਵੀ ਕਰਨੀ ਆ ਕਿ ਬਿਜਲੀ ਦੇ ਕੱਟ ਜਿਹੜੇ ਬੰਦ ਕਰੋ, ਬਿਜਲੀ ਦਾ ਪ੍ਰਬੰਧ ਕਰੋ। ਜਿੰਨੀਆਂ ਵੀ ਹਿੱਲ ਸਟੇਟਸ ਨੇ ਉੱਥੇ ਸਰਪਲਸ ਬਿਜਲੀ ਪਈ ਆ, ਔਰ ਹੁਣ ਇਹਨਾਂ ਨੂੰ ਜਵਾਬ ਦੇਣਾ ਪਏਗਾ ਵੀ ਕੀ ਹੁਣ ਇਹ ਥਰਮਲ ਪਲਾਂਟ ਲਾਉਣੇ ਜਾਇਜ਼ ਸੀ ਕਿ ਨਜਾਇਜ਼ ਸੀ। ਸਮਝੌਤੇ ਕੀ ਆ ਜਿਹੜੇ ਥਰਮਲ ਪਲਾਂਟ ਬੰਦ ਕਰੇ ਆ ਕਾਂਗਰਸ ਸਰਕਾਰ ਨੇ, ਇਹਨਾਂ ਬਾਰੇ ਆਪ ਦੀ ਸਰਕਾਰ ਦਾ ਕੀ ਕਹਿਣਾ। ਇਹ ਜਵਾਬ ਲੋਕਾਂ ਨੂੰ ਦੇਣੇ ਪੈਣਗੇ ਤੇ ਬਿਜਲੀ ਦਾ ਪ੍ਰਬੰਧ ਕਰਨਾ ਪਏਗਾ। ਬਿਜਲੀ ਦੇ ਕੱਟ ਜਿਹੜੇ ਮੱਛਰ ਸਤਾ ਰਿਹਾ, ਗਰਮੀ ਸਤਾ ਰਹੀ ਆ, ਲੋਕਾਂ ਨੂੰ ਹਾਹਾਕਾਰ ਮਚੀ ਹੋਈ ਆ, ਔਰ ਚਾਰਾ ਸੁੱਕ ਰਿਹਾ। ਅੱਗੇ ਨੂੰ ਪੌਦ ਜਿਹੜੀ ਝੋਨੇ ਦੀ ਲਾਉਣੀ ਆ ਉਹਦੇ ਲਈ ਪਾਣੀ ਹੈ ਨਹੀਂ। ਸੋ ਬੜੀ ਮਾੜੀ ਹਾਲਤ ਹੋ ਰਹੀ ਆ, ਭਵਿੱਖ ਖਤਰੇ 'ਚ ਲੱਗ ਰਿਹਾ। ਇਹ ਅਸੀਂ ਇੱਕ ਕਿਸਮ ਦੀ ਸਾਵਧਾਨ ਕਰਨ ਲਈ, ਸਰਕਾਰ ਨੂੰ ਸੁਚੇਤ ਕਰਨ ਲਈ ਤੇ ਇਹ ਗੱਲਾਂ ਜਿਹੜੀਆਂ ਇਹਨਾਂ 'ਤੇ ਗੌਰ ਕਰੇ, ਧਿਆਨ ਦੇਵੇ, ਬਿਜਲੀ ਦੇ ਕੱਟ ਬੰਦ ਕਰਕੇ ਤੇ ਬਿਜਲੀ ਦਾ ਪ੍ਰਬੰਧ ਕਰਕੇ। ਤੀਜੀ ਗੱਲ ਜਿਹੜੀ ਆ ਲਾਅ ਐਂਡ ਆਰਡਰ ਦੀ, ਲਾਅ ਐਂਡ ਆਰਡਰ ਦੇ ਵਿੱਚ ਜਿਹੜੀ ਅਸੀਂ ਗੱਲ ਕਹਿਣੀ ਆ ਵੀ ਜਿਹੜੀ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਪਟਿਆਲੇ ਦੀ ਜਿਹੜੀ ਘਟਨਾ ਹੋਈ ਆ, ਇਹਦੇ 'ਚ ਆਪਸੀ 2 ਫਿਰਕਿਆਂ ਵਿੱਚ ਖਾਨਾ ਜੰਗੀ ਕਰਾ ਕੇ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਅਸਲੀ ਮੁੱਦੇ ਨੇ ਉਹਨਾਂ ਤੋਂ ਧਿਆਨ ਹਟਾਉਣ ਦੀ ਇੱਕ ਸਾਜ਼ਿਸ਼ ਰਚੀ ਆ। ਔਰ ਇਸ ਦੇ ਵਿੱਚ ਅਸਲੀ ਮੁਲਜ਼ਮ ਕੌਣ ਆ, ਅਸਲੀ ਗੁਨਾਹਗਾਰ ਕੌਣ ਆ, ਇਹਦੀ ਜਾਂਚ ਹੋਣ ਤੋਂ ਪਹਿਲਾਂ ਹੀ ਮਤਲਬ ਗੁਨਾਹਗਾਰ ਪਹਿਲਾਂ ਹੀ ਫਿਕਸ ਕਰਤੇ। ਮੁੱਖ ਮੰਤਰੀ ਸਾਹਿਬ ਵੱਲੋਂ ਤਾਂ ਸਿਆਸੀ ਪਾਰਟੀਆਂ ਨੂੰ ਗੁਨਾਹਗਾਰ ਬਣਾ ਕੇ ਰੱਖਤਾ, ਇਹ ਇੱਕ ਨਵੀਂ ਗੱਲ ਕਰਕੇ ਦਿੱਤੀ। ਸੋ ਮੈਂ ਸਮਝਦਾ ਕਿ ਇਹ ਇਸ ਕਿਸਮ ਦੇ ਮਸਲਿਆਂ 'ਤੇ ਨਾ ਤਾਂ ਸੰਜੀਦਗੀ ਦਿਖਾਈ ਜਾ ਰਹੀ ਆ ਤੇ ਨਾ ਅੱਗੇ ਨੂੰ ਇਹ ਘਟਨਾਵਾਂ ਨਾ ਹੋਣ, ਇਹਨਾਂ ਦੇ ਕੋਈ ਬੰਦੋਬਸਤ ਹੋ ਰਹੇ ਨੇ। ਕਾਨੂੰਨ ਵਿਵਸਥਾ ਦੇ ਵਿੱਚ ਜਿਵੇਂ ਫੜੋ-ਫੜੀ ਨਜਾਇਜ਼ ਲੋਕਾਂ ਦੀ ਹੋ ਰਹੀ ਆ, ਇਹ ਧਿਆਨ ਵੀ ਅਸੀਂ ਇਹਨਾਂ ਮੈਮੋਰੈਂਡਮ ਨਾਲ ਹੀ ਲਿਆਉਣਾ ਕਿ ਕਿਹੜੇ ਲੋਕ ਜਿਹੜੇ ਨਜਾਇਜ਼ ਫੜੇ ਨੇ। ਤੇ ਜੇ ਨਜਾਇਜ਼ ਫੜੋ-ਫੜੀ ਹੋਏਗੀ ਤਾਂ ਜਿਹੜੀ ਕਾਨੂੰਨ ਦੀ ਵਿਵਸਥਾ ਹੋਰ ਵਿਗੜੇਗੀ ਔਰ ਲੋਕਾਂ ਵਿੱਚ ਆਪਸੀ ਭੁਲੇਖੇ ਖੜੇ ਹੋਣਗੇ, ਆਪਸੀ ਟਕਰਾਅ ਹੋਊਗਾ। ਲੋਕਾਂ ਨੂੰ ਇਸ ਪਾਸੇ ਨਾਲ ਜਾਓ, ਇਹ ਜਿਹੜੀ ਮੰਗ ਆ ਸਾਡੀ, ਇਹ ਵੀ ਅਸੀਂ ਜ਼ੋਰ ਨਾਲ ਗੱਲ ਕਰਨੀ ਆ। ਬਾਕੀ ਡੀਜ਼ਲ ਪੈਟਰੋਲ ਦੀਆਂ ਕੀਮਤਾਂ 'ਚ ਜਿਹੜਾ ਵਾਧਾ, ਉਹਦੇ ਬਾਰੇ ਚੀਮਾ ਸਾਹਿਬ ਜਿਹੜਾ ਡਿਟੇਲ ਦੱਸ ਦੇਣਗੇ। ਜਿੱਥੇ ਤੱਕ MOU ਦੀ ਗੱਲ ਆ, MOU ਜਿਹੜਾ ਹੈ ਇਹ ਵੀ ਇੱਕ ਬੜੀ ਖਤਰਨਾਕ ਆ, ਜੋ ਇਹਨਾਂ ਨੇ ਮੈਂ ਸਮਝਦਾ ਅਨਕਨਸਟੀਟਿਊਸ਼ਨਲ ਵੀ ਆ ਔਰ ਇਹ ਪਰੰਪਰਾਗਤ ਵੀ ਹੈ ਨਹੀਂ, ਗੈਰ ਪਰੰਪਰਾਗਤ ਆ। ਅੱਜ ਤੱਕ ਇਸ ਤਰ੍ਹਾਂ ਦੇ ਨਹੀਂ ਕਦੇ ਹੋਏ। ਇਹ ਜਿਹੜੀ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਖੋਹਣ ਵਾਲੀ ਗੱਲ ਆ, ਇੱਕ ਸੂਬੇ ਦੇ ਦੂਜੇ ਸੂਬੇ ਦੇ ਅਧਿਕਾਰ ਖੋਹਣ ਵਾਲੀ ਗੱਲ ਆ। ਔਰ ਸੀਕਰੇਸੀ ਜਿਹੜੀ ਹੁੰਦੀ ਆ ਕਿਸੇ ਸੂਬੇ ਦੀ, ਜਿਹਦੀ ਸਹੁੰ ਚੁੱਕਦੇ ਨੇ ਮਾਨਯੋਗ ਮੁੱਖ ਮੰਤਰੀ ਵੀ ਤੇ ਮੰਤਰੀ ਵੀ, ਉਹ ਮੈਂ ਸਮਝਦਾ ਬਰੀਚ ਆਫ ਸੀਕਰੇਸੀ ਆ ਜਿਹੜੀ ਇਹ ਹੋਣੀ ਹੈ। ਇਹਦੇ ਨਾਲ ਸਮਝੌਤੇ ਨਾਲ ਇਹ ਜਿਹੜਾ MOU ਆ ਇਹਨੂੰ ਰੱਦ ਕਰਨ ਦੀ ਭਾਵੇਂ ਅਸੀਂ ਗਵਰਨਰ ਸਾਹਿਬ ਨੂੰ ਸਿੱਧੇ ਤੌਰ 'ਤੇ ਮਿਲ ਕੇ ਮੰਗ ਵੀ ਕੀਤੀ ਆ, ਪਰ ਹੇਠਲੇ ਪੱਧਰ 'ਤੇ ਜਨਤਕ ਤੌਰ 'ਤੇ ਇਹ ਇੱਕ ਪੰਜਾਬ ਦੇ ਮਸਲਿਆਂ 'ਚ ਦਖਲਅੰਦਾਜ਼ੀ ਜਿਹੜੀ ਇਹ ਕਹਿ ਲਓ ਕਿ ਪੰਜਾਬ ਦੇ ਹੱਕ ਗਿਰਵੀ ਰੱਖਤੇ, ਪੰਜਾਬ ਨੂੰ ਗਹਿਣੇ ਰੱਖਤਾ। ਇਹ ਜਿਹੜਾ ਖਤਰਨਾਕ ਖੇਡ ਖੇਡੀ ਆ ਜਿਹੜੀ ਸੰਘੀ ਢਾਂਚੇ ਦੇ ਉਲਟਾ, ਇਹਦੇ ਵਿਰੋਧ ਦੇ ਵਿੱਚ ਵੀ ਅਸੀਂ ਜਿਹੜੀ ਇਹ ਜਨਤਕ ਤੌਰ 'ਤੇ ਆਵਾਜ਼ ਬੁਲੰਦ ਕਰਨ ਦੀ ਗੱਲ ਜਿਹੜੀ ਆ ਇਹ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਦੱਸਣੀ ਆ। ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ 9 ਤਰੀਕ ਨੂੰ ਜੋ ਜਾ ਰਹੇ ਹਾਂ ਮੈਮੋਰੈਂਡਮ ਲੈ ਕੇ ਉੱਥੇ ਯਾਦ ਪੱਤਰ ਦੇਵਾਂਗੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ। ਇਹਦੇ ਸਾਡੀ ਜਿਹੜੀ ਅਗਲੀ ਕਤਾਰ ਦੀ ਲੀਡਰਸ਼ਿਪ ਆ, ਵਰਕਰ ਜਿਹੜੇ ਉਹ ਹੀ ਜਾਣਗੇ, ਕੋਈ ਉਸ ਕਿਸਮ ਦਾ ਵੱਡੇ ਜਨਤਕ ਇਕੱਠ ਨਹੀਂ, ਪਰ ਮੁੱਢਲੀ ਕਤਾਰ ਦੀ ਲੀਡਰਸ਼ਿਪ ਸਾਰੀ ਜਾ ਕੇ ਇਹ ਸਾਡੀ ਸਰਕਾਰ ਨੂੰ ਤਾੜਨਾ ਦੇ ਰੂਪ ਦੇ ਵਿੱਚ, ਸਰਕਾਰ ਨੂੰ ਸੁਚੇਤ ਕਰਨ ਦੇ ਰੂਪ ਦੇ ਵਿੱਚ ਵੀ ਹੋਏਗੀ
ਤੇ ਅੱਗੇ ਲਈ ਜੇ ਮਸਲੇ ਹੱਲ ਨਾ ਹੋਏ ਤਾਂ ਅੱਗੇ ਲਈ ਜ਼ੋਰਦਾਰ ਜਨਤਕ ਸੰਘਰਸ਼ ਵਿੱਢਣ ਦੀ ਇੱਕ ਚੇਤਾਵਨੀ ਵੀ ਹੋਏਗੀ। ਥੈਂਕ ਯੂ। ਹੁਣ ਚੀਮਾ ਸਾਹਿਬ ਦੱਸੋ। ਜਿਹੜਾ ਮੇਨ ਸੀ ਸਾਡਾ ਉੱਤੇ ਕੱਦੂ ਮੱਜਰ ਸਾਹਿਬ ਨੇ ਦੱਸ ਦਿੱਤਾ। ਇੱਕ ਭਗਵੰਤ ਮਾਨ ਜੀ ਦੀ ਸਰਕਾਰ ਬੜੇ ਵੱਡੇ ਵੱਡੇ ਇਸ਼ਤਿਹਾਰ ਵੀ ਦਿੰਦੀ ਹੈ। ਇਲੈਕਸ਼ਨ ਦੇ ਟਾਈਮ ਦੇ ਉੱਤੇ ਵੀ ਇਹਨਾਂ ਨੇ ਨੌਜਵਾਨਾਂ ਨੂੰ ਬੜਾ ਵੱਡਾ ਭਰੋਸਾ ਦਿੱਤਾ ਸੀ ਵੀ ਜਿਸ ਦਿਨ ਸਾਡੀ ਸਰਕਾਰ ਬਣ ਗਈ ਸਾਰੀ ਜਿਹੜੀ ਭਰਤੀ ਕਰਾਂਗੇ ਅਸੀਂ ਪੱਕੀ ਕਰਾਂਗੇ ਤੇ ਆਊਟਸੋਰਸਿੰਗ ਵਾਲਾ ਜਿਹੜਾ ਸਿਸਟਮ ਹੈ ਉਹ ਬੰਦ ਕਰ ਦਿਆਂਗੇ। ਇਹ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਆ ਇਲੈਕਸ਼ਨ ਦੇ ਦੌਰਾਨ ਇਹ ਅਨਾਉਂਸਮੈਂਟ ਲਗਾਤਾਰ ਕਰਦੇ ਰਹੇ। ਹੁਣ ਵਿੱਤ ਵਿਭਾਗ ਨੇ 2 ਮਈ ਨੂੰ ਅੱਜ ਜਿਹੜੀ ਹੈ 7 ਹੋਈ ਹੈ ਤੇ 5 ਦਿਨ ਪਹਿਲਾਂ ਪ੍ਰਵਾਨਗੀ ਦਿੱਤੀ ਹੈ 1337 ਪੋਸਟਾਂ ਨੂੰ, ਜਿਹਦੇ ਵਿੱਚ ਡਰਾਈਵਰ ਵੀ ਨੇ, ਕੰਡਕਟਰ ਵੀ ਨੇ ਤੇ ਵਰਕਸ਼ਾਪ ਦਾ ਸਟਾਫ ਹੈ ਪਨ ਬੱਸ ਦੇ ਵਿੱਚ ਜਿਹੜਾ ਟਰਾਂਸਪੋਰਟ ਵਿਭਾਗ ਦੇ ਵਿੱਚ। ਔਰ ਮੈਂ ਹੈਰਾਨ ਰਹਿ ਗਿਆ ਪੜ੍ਹ ਕੇ। ਪਹਿਲਾਂ ਤਾਂ ਜਦੋਂ ਅਸੀਂ ਕੋਈ ਚੀਜ਼ ਜਾਰੀ ਕਰਦੇ ਹਾਂ ਨਾ ਕਹਿ ਦਿੰਦੇ ਜੀ ਪਿਛਲੀ ਸਰਕਾਰ ਕਰ ਗਈ ਸੀ। ਇਹਦੀ ਪ੍ਰਵਾਨਗੀ 2 ਮਈ ਨੂੰ ਹੋਈ ਹੈ। ਸਾਡੇ ਮਾਣਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਦਾ ਮਹਿਕਮਾ ਵਿੱਤ ਵਿਭਾਗ ਉਹਨਾਂ ਨੇ ਕੀਤੀ ਹੈ। ਔਰ ਇਹ ਜਿਹੜਾ ਆਰਡਰ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਪ੍ਰਵਾਨਗੀ ਦਾ। 1337 ਪੋਸਟਾਂ ਇਹਦੇ 'ਚ ਲਿਖਿਆ ਗਿਆ ਕਿ ਇਹ ਆਊਟਸੋਰਸਿੰਗ ਦੇ ਉੱਤੇ ਕਰਨ ਦੀ ਜਿਹੜੀ ਪ੍ਰਵਾਨਗੀ ਹੈ ਇਹ ਦਿੱਤੀ ਜਾ ਰਹੀ ਆਊਟਸੋਰਸਿੰਗ ਦੇ ਉੱਤੇ। ਹੁਣ ਮੈਂ ਭਗਵੰਤ ਮਾਨ ਜੀ ਨੂੰ ਪੁੱਛਦਾ ਕਿ ਨੌਜਵਾਨਾਂ ਦੇ ਨਾਲ ਜਿਹੜਾ ਐਡਾ ਵੱਡਾ ਤੁਸੀਂ ਵਾਅਦਾ ਕੀਤਾ ਸੀ ਕਿ ਪਹਿਲਾਂ ਵਾਲੇ ਸਾਰੇ ਪੱਕੇ ਕਰਾਂਗੇ ਤੇ ਅੱਗੇ ਤੋਂ ਇਹ ਜਿਹੜਾ ਆਊਟਸੋਰਸਿੰਗ ਦਾ ਸਿਸਟਮ ਹੈ ਇਹ ਬੰਦ ਕਰ ਦਿਆਂਗੇ, ਇਹ ਅੱਜ ਦਾ ਜਿਹੜਾ ਤੁਹਾਡਾ ਹੁਣ ਤਾਜ਼ਾ ਜਿਹੜਾ 4 ਦਿਨ ਪਹਿਲਾਂ ਦੀ ਮਨਜ਼ੂਰੀ ਹੈ ਵਿੱਤ ਵਿਭਾਗ ਦੀ, ਇਹ ਮੈਂ ਪੁੱਛਦਾ ਕਿ ਇਹ ਤਾਂ ਹੁਣ ਤੁਹਾਡੀ ਸਰਕਾਰ ਦੀ ਹੈ। ਇੱਥੇ ਤੁਸੀਂ ਝੂਠ ਨਹੀਂ ਬੋਲ ਸਕਦੇ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਦੀ ਫਾਈਲ ਚੱਲਦੀ ਸੀ। ਇਹ ਪ੍ਰਵਾਨਗੀ ਤੁਸੀਂ 2 ਮਈ ਨੂੰ ਦਿੱਤੀ ਹੈ। ਮੈਂ ਪੜ੍ਹ ਕੇ ਦੱਸ ਦਿੰਦਾ। ਇਹਦੇ ਵਿੱਚ ਲਿਖਿਆ ਕਿ ਪਨਬਸ ਵਿਖੇ ਡਰਾਈਵਰ, ਕੰਡਕਟਰ ਅਤੇ ਵਰਕਸ਼ਾਪ ਸਟਾਫ ਦੀਆਂ ਕੁੱਲ 1337 ਅਸਾਮੀਆਂ ਨੂੰ ਆਊਟਸੋਰਸ ਤੇ ਭਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਤੇ ਰੈਗੂਲਰ ਪ੍ਰਵਾਨਗੀ ਕਿਉਂ ਨਹੀਂ ਦਿੱਤੀ ਗਈ? ਇਹ ਬਹੁਤ ਵੱਡਾ ਜਿਹੜਾ ਇਹ ਧੋਖਾ ਹੈ। ਇਸ਼ਤਿਹਾਰ ਤਾਂ ਕਰੋੜਾਂ ਰੁਪਏ ਦੇ ਦਿੱਤੇ ਜਾ ਰਹੇ ਆ ਨੌਕਰੀਆਂ ਦੇ। ਇਸ਼ਤਿਹਾਰਾਂ ਦਾ ਕੋਈ ਕਸਰ ਨਹੀਂ। ਉਹ ਤਾਂ ਦੱਖਣ ਤੱਕ ਇਸ਼ਤਿਹਾਰ ਪਹੁੰਚ ਜਾਂਦੇ ਆ, ਗੁਜਰਾਤ ਤੱਕ ਪਹੁੰਚ ਜਾਂਦੇ ਆ। ਲੇਕਿਨ ਅਸਲੀਅਤ ਕੀ ਹੈ? ਸਰਕਾਰ ਦੀ ਕਹਿਣੀ ਤੇ ਕਥਨੀ ਦੇ ਵਿੱਚ ਫਰਕ ਕਿੰਨਾ ਕਿ 1337 ਪੋਸਟਾਂ ਦੀ ਅੰਦਰ ਖਾਤੇ ਪ੍ਰਵਾਨਗੀ ਜਿਹੜੀ ਹੈ ਉਹ ਆਊਟਸੋਰਸ ਤੇ ਦੇ ਕੇ ਜਿਹੜੇ ਸਾਡੇ ਨੌਜਵਾਨ ਜਿਹੜੇ ਪੰਜਾਬ ਦੇ ਉਹਨਾਂ ਦਾ ਹੱਕ ਜਿਹੜਾ ਇਹਨਾਂ ਨੇ ਮਾਰ ਦਿੱਤਾ। ਇਸ ਕਰਕੇ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਇੱਕ ਵਾਰੀ ਫਿਰ ਵੀ ਜਿਵੇਂ ਪਹਿਲਾਂ ਡਰਾਮਾ ਕਰਦੇ ਹੋ ਨਾ ਵੀ ਜਦੋਂ ਭਗਵੰਤ ਮਾਨ ਜੀ ਨੂੰ ਪਤਾ ਲੱਗਾ ਉਹਨਾਂ ਨੇ ਨਾਰਾਜ਼ਗੀ ਦਿਖਾਈ ਵੀ ਐਤਕੀ ਸੱਚੀ ਮੁੱਚੀ ਨਾਰਾਜ਼ਗੀ ਦਿਖਾ ਕੇ ਦਿਖਾਓ, ਇਹਨੂੰ ਕੈਂਸਲ ਕਰੋ ਤੇ ਦੁਬਾਰਾ ਆਰਡਰ ਪਾਸ ਕਰੋ ਕਿ ਪੰਜਾਬ ਦੇ ਵਿੱਚ ਆਊਟਸੋਰਸਿੰਗ ਦੇ ਉੱਤੇ ਕੋਈ ਭਰਤੀ ਜਿਹੜੀ ਹੈ ਤੁਹਾਡੇ ਵਾਅਦੇ ਦੇ ਮੁਤਾਬਕ ਨਹੀਂ ਹੋਗੀ। ਹਾਲਾਂਕਿ ਮੈਨੂੰ ਪਤਾ ਹੈ ਕਿ ਜੇ ਵਿੱਤ ਵਿਭਾਗ ਨੇ ਪ੍ਰਵਾਨਗੀ ਦਿੱਤੀ ਹੈ ਤੇ ਤੁਹਾਨੂੰ ਪੁੱਛਿਆ ਬਗੈਰ ਨਹੀਂ ਦਿੱਤੀ, ਪਰ ਇੱਕ ਫਿਰ ਮੌਕਾ ਤੁਹਾਡੇ ਕੋਲੇ ਡਰਾਮਾ ਕਰਨ ਦਾ। ਤੁਸੀਂ ਫਿਰ ਇਸ਼ਤਿਹਾਰ ਜਾਰੀ ਕਰੋ ਕਿ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਫਟਕਾਰ ਪਾਈ, ਭਗਵੰਤ ਮਾਨ ਨੇ ਅਧਿਕਾਰੀਆਂ ਦਾ ਨਾਰਾਜ਼ਗੀ ਪ੍ਰਗਟ ਕੀਤੀ, ਭਗਵੰਤ ਮਾਨ ਨੇ ਜਿਹੜਾ ਇਹਨੂੰ ਵਾਪਸ ਲਿਆ। ਚਲੋ ਕਿਸੇ ਬਹਾਨੇ ਤੁਹਾਡੀ ਵੀ ਇੱਜ਼ਤ ਬਚੇਗੀ ਤੇ ਨਾਲ ਦੀ ਨਾਲ ਇਹ ਜਿਹੜੇ ਸਾਡੇ ਬੇਰੁਜ਼ਗਾਰ ਸਾਡੇ ਨੌਜਵਾਨ ਆ ਇਹਨਾਂ ਨੂੰ ਨੌਕਰੀ ਪੱਕੀ ਮਿਲ ਜੇਗੀ। ਇੱਕ ਤਾਂ ਕਿਰਪਾ ਕਰਕੇ ਇਹ ਕਰੋ। ਦੂਜੀ ਗੱਲ ਹੈ ਕਿ ਕੇਜਰੀਵਾਲ ਤੋਂ ਲੈ ਕੇ ਥੱਲੇ ਤੱਕ ਹਰ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੀ ਮਾਈਨਿੰਗ ਦੀ ਪਾਲਿਸੀ ਆ ਇਹਦੇ ਉੱਤੇ ਇਲੈਕਸ਼ਨ ਦੇ ਵਿੱਚ ਬਹੁਤ ਹੀ ਮੈਂ ਕਹਿ ਸਕਦਾ ਕਿ ਜਿਵੇਂ ਹੁੰਦਾ ਨਾ ਵੀ ਕਹਿੰਦੇ ਨੇਰ ਚੱਕਿਆ ਸੀ ਕਿ ਸਾਡੀ ਸਰਕਾਰ ਆਏਗੀ ਤੇ ਇਹੋ ਜਿਹੀ ਪਾਲਿਸੀ ਬਣਾਵਾਂਗੇ ਕਿ ਅਸੀਂ ਉਹਦੇ ਵਿੱਚੋਂ ਇੰਨੀ ਆਮਦਨ ਹੋਏਗੀ, ਇੰਨੇ 1000 ਕਰੋੜ ਸਟੇਟ ਨੂੰ ਆਉਣਗੇ, ਇੰਨਾ ਦੂਜਾ ਆਏਗਾ,
ਲਗਾਤਾਰ ਕੇਜਰੀਵਾਲ ਤੋਂ ਲੈ ਕੇ ਥੱਲੇ ਭਗਵੰਤ ਮਾਨ ਜੀ, ਬਾਕੀ ਸਾਰੇ ਇਹਨਾਂ ਦੇ ਸਾਥੀ ਹੁਣ 2 ਮਹੀਨੇ ਹੋ ਚੱਲੇ ਤੇ ਹਾਲੇ ਤੱਕ ਪਾਲਿਸੀ ਨਹੀਂ ਬਣੀ। ਕਿਉਂ ਨਹੀਂ ਬਣੀ ਜੀ? ਕੀ ਤੁਹਾਡੇ ਕੋਲੇ ਕੋਈ ਪਲਾਨ ਨਹੀਂ ਸੀ? ਤੁਸੀਂ ਇਲੈਕਸ਼ਨ ਦੇ ਵਿੱਚ ਇਕੱਲਾ ਝੂਠ ਹੀ ਮਾਰੀ ਗਏ। ਜਿਸ ਇਸ਼ੂ ਨੂੰ ਤੁਸੀਂ ਐਡਾ ਵੱਡਾ ਸੂਬੇ ਦਾ ਇਸ਼ੂ ਬਣਾਇਆ ਸੀ ਕਿ ਬਣਦਿਆਂ ਸਾਰੀ ਅਸੀਂ ਇਹੋ ਜਿਹੀ ਪਾਲਿਸੀ ਬਣਾਵਾਂਗੇ, ਅੱਜ ਤੁਹਾਡੀ ਬੈਂਕਰਪਸੀ ਨਜ਼ਰ ਆਉਂਦੀ ਹੈ ਕਿ 2 ਮਹੀਨੇ ਹੋ ਗਏ ਤੇ ਕੋਈ ਮਾਈਨਿੰਗ ਪਾਲਿਸੀ ਨਹੀਂ ਸਟੇਟ ਦੇ ਵਿੱਚ। ਔਰ ਨਤੀਜੇ ਕੀ ਨੇ ਮਾਈਨਿੰਗ ਬੰਦ ਹੋਣ ਦੇ? ਤੁਸੀਂ ਨਜਾਇਜ਼ ਮਾਈਨਿੰਗ ਬੰਦ ਕਰੋ, ਅਸੀਂ ਤੁਹਾਡੇ ਨਾਲ ਆ, ਪਰ ਜਿਹੜਾ ਕੰਸਟਰਕਸ਼ਨ ਦਾ ਰਾਮ ਮਟੀਰੀਅਲ ਰੇਤਾ ਬਜਰੀ ਉਤੋਂ ਬਣਾ ਲੋਕਾਂ ਦਾ ਕੰਸਟਰਕਸ਼ਨ ਕਿੱਦਾਂ ਹੋ ਜਾਏਗੀ, ਮਕਾਨ ਕਿੱਦਾਂ ਬਣ ਜਾਣਗੇ, ਬਾਕੀ ਕੰਮ ਕਿੱਦਾਂ ਚੱਲ ਜਾਣਗੇ? ਅੱਜ ਹਾਲਾਤ ਇਹ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਮਿਹਨਤ ਕਰਕੇ ਰੋਟੀ ਕਮਾਉਣ ਵਾਲੇ ਸਾਰੇ ਮਿਸਤਰੀ ਤੇ ਮਜ਼ਦੂਰ ਜਿਨ੍ਹਾਂ ਦਾ ਉਸਾਰੀ ਦੇ ਨਾਲ ਕੰਮ ਜੁੜਿਆ ਹੋਇਆ, ਉਹ ਸਾਰੇ ਵਿਚਾਰੇ ਵਿਹਲੇ ਬੈਠੇ। ਉਹਨਾਂ ਵਾਸਤੇ ਕੋਵਿਡ ਆ ਗਿਆ, ਕਿਉਂਕਿ ਜਦੋਂ ਰੇਤਾ ਨਹੀਂ ਮਿਲਦੀ, ਜੇ ਮਿਲਦੀ ਹੈ ਤੇ ਹੁਣ ਅੱਗੇ ਨਾਲੋਂ 4 ਗੁਣਾ ਵੱਧ ਰੇਟਾਂ ਦੇ ਉੱਤੇ ਮਿਲਦੀ ਹੈ, ਤੇ ਜਿਹਨੇ ਉਸਾਰੀ ਕਰਨੀ ਹੈ ਉਹ ਕੰਮ ਬੰਦ ਕਰਕੇ ਬੈਠਾ ਪਿਆ। ਐਡੀ ਮਹਿੰਗੀ ਵਾਰਾ ਨਹੀਂ ਖਾਂਦੀ। ਪਹਿਲੀ ਗੱਲ ਮਿਲਦੀ ਨਹੀਂ, ਜੇ ਚੋਰੀ ਮਿਲਦੀ ਹੈ ਤੇ 4 ਗੁਣਾ ਵੱਧ ਰੇਟਾਂ ਤੇ ਮਿਲਦੀ ਹੈ। ਤੇ ਸਾਰੇ ਜਿੰਨੇ ਮਿਸਤਰੀ, ਜਿੰਨੇ ਮਜ਼ਦੂਰ, ਜਦੋਂ ਕੰਸਟਰਕਸ਼ਨ ਨਹੀਂ ਹੁੰਦੀ ਤੇ ਭੱਠੇ ਵੀ ਬੰਦ ਹੋ ਰਿਹਾ, ਜਿਹੜੀ ਉਹਨਾਂ ਦੇ ਉੱਤੇ ਲੱਖਾਂ ਦੀ ਗਿਣਤੀ 'ਚ ਲੇਬਰ ਹੈ ਉਹ ਵੀ ਵਿਹਲੀ ਹੋ ਗਈ। ਸੀਮੈਂਟ ਦੀਆਂ ਦੁਕਾਨਾਂ ਤੇ ਜਾ ਕੇ ਪੁੱਛ ਲਓ ਕਿ ਸੀਮੈਂਟ ਨਹੀਂ ਵਿਕਦਾ। ਤੁਸੀਂ ਪੇਂਟ ਵਾਲੀਆਂ ਦੁਕਾਨਾਂ ਤੇ ਜਾ ਕੇ ਪੁੱਛ ਲਓ, ਪੇਂਟ ਨਹੀਂ ਵਿਕਦਾ। ਜਿਹੜੇ ਟਰਾਂਸਪੋਰਟ ਨਾਲ ਜੁੜੇ ਧੰਦੇ ਆ, ਜਿਹੜੇ ਢੋਆ ਢਵਾਈ ਕਰਦੇ ਸੀ, ਉਹਨਾਂ ਦੇ ਨਾਲ ਜਿਹੜੇ ਮਜ਼ਦੂਰ ਜੁੜੇ ਆ, ਜਿਹੜੇ ਬਾਕੀ ਜੁੜੇ ਆ ਕਾਰੋਬਾਰੀ, ਉਹ ਸਾਰੇ ਜਿਹੜੇ ਆ ਉਹਨਾਂ ਨੂੰ ਆਰਥਿਕ ਮੰਦੀ ਸਾਹਮਣਾ ਕਰਨਾ ਪੈਣਾ। ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਸੀਮੈਂਟ ਦੀਆਂ ਫੈਕਟਰੀਆਂ ਨੂੰ ਪੁੱਛ ਕੇ ਦੇਖੋ ਕਿ ਤੁਹਾਡੀ ਸੇਲ ਦੇ ਵਿੱਚ ਕਿੰਨੀ ਗਿਰਾਵਟ ਆਈ ਹੈ ਕੰਸਟਰਕਸ਼ਨ ਬੰਦ ਹੋਣ ਕਰਕੇ। ਔਰ ਉਹਦਾ ਜਿੱਥੇ ਪਬਲਿਕ ਨੂੰ ਨੁਕਸਾਨ ਹੋ ਰਿਹਾ, ਉੱਥੇ GST ਜਿਹੜਾ ਸਰਕਾਰ ਨੂੰ ਆਉਣਾ ਸੀ, ਉਹਦੇ ਵਿੱਚ ਬਹੁਤ ਵੱਡੀ ਗਿਰਾਵਟ ਆ ਰਹੀ। ਜਿਹੜਾ ਸੀਮੈਂਟ ਨਹੀਂ ਵਿਕ ਰਿਹਾ, ਜਿਹੜੀ ਉਹਦੇ ਕਰਕੇ GST ਦੇ ਵਿੱਚ ਗਿਰਾਵਟ ਆ ਰਹੀ ਹੈ, ਉਹ ਵੀ ਸਰਕਾਰ ਦਾ ਜਿਹੜਾ ਰੈਵਨਿਊ ਘਟ ਰਿਹਾ। ਜੇ ਇੱਟ ਨਹੀਂ ਵਿਕਦੀ, ਜਿਹੜਾ ਉਹ ਤੋਂ GST ਆਉਣਾ, ਉਹ ਵੀ ਸਰਕਾਰ ਦਾ ਰੈਵਨਿਊ ਘਟ ਰਿਹਾ। ਜੇ ਪੇਂਟ ਨਹੀਂ ਵਿਕਦੇ ਤੇ ਉਹਦੇ ਤੋਂ ਜਿਹੜਾ GST ਲੱਗਣਾ, ਉਹ ਵੀ ਸਰਕਾਰ ਨੂੰ ਘਾਟਾ ਪੈ ਰਿਹਾ। ਸੋ ਜਦੋਂ ਅਰਬਾਂ ਰੁਪਏ ਦੀ ਸੇਲ ਘਟ ਰਹੀ ਆ ਤੇ ਸਰਕਾਰ ਨੂੰ ਉਹਦੇ ਨਾਲ ਜਿਹੜਾ ਹੈਗਾ ਐਡਾ ਵੱਡਾ ਰੈਵਨਿਊ ਦਾ ਲਾਸ ਹੋ ਰਿਹਾ, ਤੇ ਇਹਨਾਂ ਦੇ ਤੁਸੀਂ ਪਾਲਿਸੀ ਬਣਾ ਕੇ ਰੈਵਨਿਊ ਰੇਟਾਂ ਤੋਂ ਰਿਕਵਰ ਨਹੀਂ ਕਰਨਾ, ਜਿੰਨਾ ਤੁਸੀਂ ਪੰਜਾਬ ਦੇ ਖਜ਼ਾਨੇ ਨੂੰ ਜਿਹੜੀ ਹੈ ਉਹ ਮਾਰ ਦਿੱਤੀ। ਇਹਦਾ ਅਸਰ ਕਿਹਦੇ ਉੱਤੇ ਪੈ ਰਿਹਾ ਕਿ ਕਰਜ਼ਾ ਜਿਹੜਾ ਤੁਸੀਂ ਹੈ 40 ਦਿਨਾਂ ਦੇ ਵਿੱਚ, 50 ਦਿਨਾਂ ਦੇ ਵਿੱਚ 7000 ਕਰੋੜ ਜਿਹੜਾ ਉਹ ਚੁੱਕਿਆ, ਇਸ ਕਰਕੇ ਕਿਉਂਕਿ ਜਿਹੜੇ ਰੈਵਨਿਊ ਦੇ ਤੁਹਾਡੇ ਸੋਰਸਸ ਆ, ਉਹ ਤੁਹਾਡੀ ਨਾਅਹਲੀਅਤ ਕਰਕੇ, ਤੁਹਾਡੀ ਜਿਹੜੀ ਕਮੀ ਹੈ ਬਹੁਤ ਵੱਡੀ ਕਿ ਤੁਸੀਂ ਪਾਲਿਸੀ ਨਹੀਂ ਬਣਾ ਸਕੇ, ਉਹਦੇ ਕਰਕੇ ਜਿਹੜੀ ਹੈ ਸਟੇਟ, ਇੱਕ ਪਾਸੇ ਸਟੇਟ ਦਾ ਰੈਵਨਿਊ ਸਫਰ ਕਰ ਰਿਹਾ, ਦੂਜੇ ਪਾਸੇ ਲੋਕੀ ਜਿਨ੍ਹਾਂ ਨੇ ਘਰ ਜਾਂ ਬਾਕੀ ਕੋਈ ਕਮਰਸ਼ੀਅਲ ਚੀਜ਼ਾਂ ਬਣਾਉਣੀਆਂ, ਉਹਨਾਂ ਦੀ ਕਾਰੋਬਾਰ ਰੁਕੇ ਪਏ ਆ। ਔਰ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਿਹਨਤਕਸ਼ ਲੋਕੀ ਆ, ਉਹਨਾਂ ਦੇ ਨਾਲ ਜਿਹੜਾ ਜੁੜਿਆ ਸਾਰਾ ਕੰਮ ਹੈ, ਉਹ ਸਾਰੇ ਦਾ ਸਾਰਾ ਜਿਹੜਾ ਉਹ ਬੰਦ ਹੋਣ ਕਰਕੇ ਅੱਗੋਂ ਬਰਸਾਤਾਂ ਆ ਜਾਣੀਆਂ, ਫਿਰ ਵੈਸੇ ਕੰਸਟਰਕਸ਼ਨ ਦਾ ਸਪੀਡ ਘਟ ਜਾਂਦੀ ਹੈ। ਤੇ ਦੱਸੋ ਉਹ ਲੋਕੀ ਮਿਹਨਤ ਵਾਲੇ ਮਿਸਤਰੀ ਮਜ਼ਦੂਰ, ਜੇ ਉਹਨਾਂ ਵਾਸਤੇ ਕਰੋਨਾ ਨਹੀਂ ਹੈ ਸਰਕਾਰ, ਤਾਂ ਹੋਰ ਕੀ ਹੈ? ਜਿੰਨੀ ਮਾਰ ਕਰੋਨਾ ਦੇ ਵਿੱਚ ਪਈ ਸੀ, ਉਦੋਂ ਵੱਧ ਮਾਰ ਉਹਨਾਂ ਸਾਰੇ ਲੋਕਾਂ ਨੂੰ ਜਿਹੜੀ ਆ ਇਸ ਸਰਕਾਰ ਦੇ ਟਾਈਮ ਦੇ ਉੱਤੇ ਪਈ ਹੈ। ਇਸ ਕਰਕੇ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਲਿਆਓ ਹੁਣ ਕੱਢੋ ਪਾਲਿਸੀ, ਜਿਹੜਾ ਸੱਪ ਕੱਢਣਾ ਕੱਢੋ। ਹੁਣ 50 ਦਿਨਾਂ 'ਚ ਐਡੇ ਵੱਡੇ ਕਹਿੰਦੇ ਦਿਮਾਗ ਸੀ ਦਿੱਲੀ ਦੇ, ਤੇ MOU ਦਾ ਬਣਾਤਾ ਉਹਨਾਂ ਨੇ, ਜਿਹੜਾ ਹੇਰਾਫੇਰੀ ਕਰਨ ਵਾਸਤੇ ਵੀ ਇੱਥੇ ਅਫਸਰ ਭੇਜਣ ਵਾਸਤੇ। ਤੇ ਜਿਹੜਾ ਅਸਲੀ ਸੂਬੇ ਦਾ ਕੰਮ, ਜਿਹਨੂੰ ਤੁਸੀਂ ਮੇਨ ਇਲੈਕਸ਼ਨ ਇਸ਼ੂ ਬਣਾਇਆ ਸੀ, ਅੱਜ ਸਾਰੇ ਚੁੱਪ ਹੈ ਵੀ ਕਿਤੇ ਕੋਈ ਪਾਲਿਸੀ ਨਹੀਂ, ਕਿਤੇ ਲਿਕਰ ਦੀ ਕੋਈ ਪਾਲਿਸੀ ਨਹੀਂ, ਕਿਤੇ ਦੂਜੇ ਦੀ ਕੋਈ ਪਾਲਿਸੀ ਨਹੀਂ। ਇਸ ਕਰਕੇ ਇਹਨਾਂ ਦਾ ਫੇਲਰ ਹੈ ਬਹੁਤ ਵੱਡਾ ਕਿ ਇੰਨੇ ਦਿਨ ਸਰਕਾਰ ਬਣਨ ਤੋਂ ਬਾਅਦ ਇਹ ਜਿਹੜਾ ਐਡਾ ਮਹੱਤਵਪੂਰਨ ਕੰਮ ਸੀ ਉਹ ਨਹੀਂ ਕਰ ਸਕੇ। ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਹੁਣ ਲੋਕਾਂ ਨੇ ਫਤਵਾ ਦਿੱਤਾ, ਪਰਫਾਰਮ ਕਰੋ, ਆਹ ਡਰਾਮੇ ਬੰਦ ਕਰੋ ਜਿਹੜੇ ਕੱਲ ਦਿੱਲੀ ਜਾ ਕੇ ਕੀਤਾ ਤੇ ਦੂਜਾ ਜਾ ਕੇ ਕੀਤਾ। ਪੰਜਾਬ ਦਾ ਅਕਸ ਨਾ ਖਰਾਬ ਕਰੋ, ਜਿਹੜਾ ਤੁਹਾਡਾ ਕੰਮ ਹੈ ਕਰਨ ਵਾਲਾ ਉਹ ਕੰਮ ਕਰੋ। ਔਰ ਮੈਂ ਉਮੀਦ ਕਰਦਾ ਕਿ ਇਹਨਾਂ ਦੋਨਾਂ ਗੱਲਾਂ ਦਾ ਜ਼ਰੂਰ ਜਵਾਬ ਜਿਹੜਾ ਸਰਕਾਰ ਦੇਗੀ।
ਹੋਰ ਕੋਈ ਸਵਾਲ ਜੀ? ਓਕੇ ਜੀ। ਥੈਂਕ ਯੂ ਜੀ। ਆ ਜਿਹੜਾ ਇਸ਼ਤਿਹਾਰਬਾਜ਼ੀ ਤੇ ਹੋ ਰਿਹਾ ਨਾ ਜੀ ਕਰੋੜਾਂ ਰੁਪਏ ਦਾ ਖਰਚਾ, ਇਹਦੀ ਵੀ ਅਸੀਂ ਜਾਣਕਾਰੀ ਮੰਗਾਂਗੇ। ਪਰ ਇੱਕ ਪਾਸੇ ਤਾਂ ਦੇਖੋ 7000 ਕਰੋੜ ਰੁਪਈਆ ਕਰਜ਼ਾ ਲਈ ਬੈਠੇ ਆ ਮਹੀਨੇ 'ਚ ਹੀ, ਇੱਕ ਪਾਸੇ ਕਰੋੜਾਂ ਰੁਪਈਆ ਹੀ ਲਾਤਾ ਇਸ਼ਤਿਹਾਰ ਦੇਣ 'ਚ। ਮਤਲਬ ਪ੍ਰਪੋਜ਼ਲਾਂ ਦੋ ਜੀ, ਕਹਿੰਦੇ ਹੁਣ ਗੁਜਰਾਤ ਵਾਲੇ ਜਾਂ ਤਾਮਿਲਨਾਡੂ ਵਾਲੇ ਕੀ ਪ੍ਰਪੋਜ਼ਲ ਦੇਣਗੇ ਪੰਜਾਬ ਦੇ ਬਜਟ 'ਤੇ, ਉਹਨਾਂ ਦੀ ਲੈਂਗੁਏਜ ਦੇ ਵਿੱਚ ਉਹਨਾਂ ਦੇ ਇਸ਼ਤਿਹਾਰ ਉਹਨਾਂ ਦੇ ਅਖਬਾਰਾਂ ਵਿੱਚ ਦਿੱਤੇ ਜਾ ਰਹੇ। ਓਕੇ ਜੀ, ਥੈਂਕ ਯੂ।